ਦੋਸਤੋ ਸਤਿ ਸ੍ਰੀ ਅਕਾਲ। ਸਾਡੇ ਨਾਲ ਇਸ ਵੇਲੇ ਸਿੱਖ ਚਿੰਤਕ ਤੇ ਸਿੱਖ ਵਿਦਵਾਨ ਸੁਖਪ੍ਰੀਤ ਸਿੰਘ ਜੀ ਉਦੋਕੇ ਨੇ। ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਜਿਹੜਾ ਚੱਲ ਰਿਹਾ ਸੰਘਰਸ਼ ਹੈ ਇਹ ਕਿਸ ਸਟੇਜ ਤੇ ਖੜਾ ਇਸ ਵੇਲੇ, ਇਹਦੀ ਰੂਪਰੇਖਾ ਕਿਹੋ ਜਿਹੀ ਆ ਔਰ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ। ਭਾਈ ਸਾਹਿਬ, ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਜਿਹੜਾ ਸੰਘਰਸ਼ ਹੈ ਹੁਣ ਇਹ ਕਿੱਥੇ ਖੜਾ ਹੈ? ਵੇਖੋ, ਜਿਸ ਤਰ੍ਹਾਂ ਦੇ ਨਾਲ ਇਹ ਸੰਘਰਸ਼ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਪਹੁੰਚਿਆ ਸੀਗਾ ਤੇ ਜਿਸ ਤਰ੍ਹਾਂ ਦੇ ਨਾਲ ਸਾਰੇ ਹੀ ਕਹਿ ਸਕਦੇ ਹੋ ਫਿਰਕਿਆਂ ਦਾ, ਸਾਰੇ ਖਿੱਤਿਆਂ ਦੇ ਵਿੱਚੋਂ ਔਰ ਸਾਰੇ ਵਰਗਾਂ ਦੇ ਵਿੱਚੋਂ ਜਿਸ ਤਰ੍ਹਾਂ ਦਾ ਵੱਡਾ ਸਹਿਯੋਗ ਮਿਲਿਆ, ਸਟੇਟ ਦੇ ਉੱਪਰ ਇੱਕ ਬਹੁਤ ਵੱਡਾ ਦਬਾਅ ਸੀ। ਔਰ ਇਹੀ ਕਾਰਨ ਸੀ ਕਿ ਮੇਰੇ ਖਿਆਲ ਦੇ ਨਾਲ ਇਹ ਸਰਕਾਰ ਦੇ ਖਿਲਾਫ ਪਹਿਲੀ ਇਵੇਂ ਦੀ ਐਜੀਟੇਸ਼ਨ ਸੀ ਜਿਹਨੇ ਸਟਰਗਲ ਦਾ ਇੰਨਾ ਵੱਡਾ ਰੂਪ ਲਿਆ ਕਿ ਸਰਕਾਰ ਦੇ ਵੱਲੋਂ ਨਿੱਤ ਜਿਹੜੇ ਸੀ ਉਹ ਗੱਲਬਾਤ ਦੇ ਸੱਦੇ ਆਉਂਦੇ ਸੀ। 26 ਜਨਵਰੀ ਤੱਕ ਇੱਕ ਪੀਕ ਸੀ, ਇੱਕ ਸਟ੍ਰੀਮ ਸੀ, ਜਦੋਂ ਤੱਕ ਸਰਕਾਰ ਸਮਝਦੀ ਸੀ ਕਿ ਇਸ ਸੰਘਰਸ਼ ਦੀ ਸਾਡੀ ਰਾਜਨੀਤਿਕ ਪਿੜ ਦੇ ਉੱਪਰ ਇੱਕ ਬਹੁਤ ਵੱਡੀ ਚੋਟ ਵੱਜ ਸਕਦੀ ਹੈ। ਪਰ ਜਿਹੜਾ 26 ਜਨਵਰੀ ਦਾ ਵਰਤਾਰਾ ਵਾਪਰਿਆ, ਉਸ ਵਰਤਾਰੇ ਨੂੰ ਜਿਹੜਾ ਲੋਕਾਂ ਦਾ ਸਟੇਟ ਦੇ ਖਿਲਾਫ ਗੁੱਸਾ ਸੀ ਉਹਨੂੰ ਸਰਕਾਰ ਦੇ ਖਿਲਾਫ ਪ੍ਰਵਾਹਿਤ ਕਰਨ ਦੇ ਵਿੱਚ ਸਾਡੇ ਬਹੁਤ ਸਾਰੇ ਆਗੂ ਜਿਹੜੇ ਨਾਕਾਮ ਰਹੇ ਤੇ ਬਹੁਤ ਸਾਰੇ ਆਗੂਆਂ ਨੇ ਉਹੀ ਬੋਲੀ ਜਿਹੜੀ ਬੋਲੀ ਸਟੇਟ ਨੇ ਬੋਲਣੀ ਸੀ ਜਾਂ ਜਿਹੜੀ ਉਹ ਇਹਨਾਂ ਕੋਲ ਬੁਲਾਉਣਾ ਚਾਹੁੰਦੇ ਸੀ। ਉਹਦੇ ਨਾਲ ਕੀ ਹੋਇਆ ਕਿ ਜਿਹੜੀ ਸੰਘਰਸ਼ ਦੇ ਵਿੱਚੋਂ ਸੰਘਰਸ਼ ਦੀ ਰੂਹ ਸੀ, ਨੌਜਵਾਨੀ, ਉਹ ਕਿਤੇ ਨਾ ਕਿਤੇ ਨਿਰਾਸ਼ਤਾ ਦੇ ਵਿੱਚ ਗਈ ਤੇ ਉਹਦੇ ਨਾਲ ਕੀ ਹੋ ਗਿਆ, ਸਰਕਾਰ ਦੇ ਉੱਪਰ ਜਿਹੜਾ ਸੀ ਉਹ ਦਬਾਅ ਜਿਹੜਾ ਉਹ ਘਟ ਗਿਆ। ਅੱਜ ਤੁਸੀਂ ਵੇਖੋ ਕਿ ਅੱਜ ਕਿਸਾਨ ਆਗੂ ਕਹਿੰਦੇ ਨੇ ਕਿ ਸਟੇਟ ਸਾਨੂੰ ਪ੍ਰਪੋਜ਼ਲ ਭੇਜੇ, ਉਦੋਂ ਸਟੇਟ ਰੋਜ਼ ਪ੍ਰਪੋਜ਼ਲ ਭੇਜਦੀ ਸੀ। ਹੁਣ ਅਸੀਂ ਇੱਕ ਉਲਟ ਫੇਰ ਦੇ ਵਿੱਚ ਆ ਗਏ ਹਾਂ। ਹੁਣ ਮੈਨੂੰ ਲੱਗਦਾ ਹੈ ਕਿ ਉਹ ਰਾਜਨੀਤਿਕ ਤੌਰ 'ਤੇ ਥੋੜ੍ਹੀ ਵਿਚਾਰ ਕੀਤੀ ਜਾ ਰਹੀ ਹੈ ਕਿ ਅਸੀਂ ਬੰਗਾਲ ਦੇ ਵਿੱਚ ਕਿੰਨੀ ਕੁ ਚੋਟ ਪਹੁੰਚਾਉਂਦੇ ਹਾਂ ਸਰਕਾਰ ਨੂੰ, ਪਰ ਉਹ ਵੀ ਇੱਕ ਦੋ ਧਾਰੀ ਤਲਵਾਰ ਹੈ। ਕਿਉਂਕਿ ਬਹੁਤ ਜਿਹੜਾ ਅਖਬਾਰਾਂ 'ਚ ਆ ਰਿਹਾ ਹੈ ਕਿ ਜਿਹੜੀਆਂ ਰਾਜਨੀਤਿਕ ਧਿਰਾਂ ਦੀ ਮਦਦ ਜਿਹੜੀ ਹੈ ਉਹ ਕਿਸਾਨ ਆਗੂਆਂ ਵੱਲੋਂ ਕੀਤੀ ਜਾ ਰਹੀ ਹੈ, ਉਹਨਾਂ ਆਗੂਆਂ ਦੀ ਜਿਹੜੀ ਮਦਦ ਹੈ ਉਹਦੇ ਨਾਲ ਸਿੱਧਾ ਜਿਹੜਾ ਫਾਇਦਾ ਉਹ ਬੀਜੇਪੀ ਨੂੰ ਪਹੁੰਚਦਾ ਹੈ। ਜੇ ਬੀਜੇਪੀ ਸਟਰੋਂਗ ਹੁੰਦੀ ਹੈ ਤਾਂ ਵੀ ਇਹਦਾ ਨੁਕਸਾਨ ਸੰਘਰਸ਼ 'ਤੇ ਪਵੇਗਾ। ਜੇ ਬੀਜੇਪੀ ਦੀ ਹਾਰ ਹੁੰਦੀ ਹੈ ਉਹ ਹੋਰ ਕਿੜ ਦੇ ਵਿੱਚ ਆਉਣਗੇ। ਇੱਥੇ ਭਾਜੀ ਇਹੀ ਆ ਵੀ 26 ਦੀਆਂ ਜਿਹੜੀਆਂ ਘਟਨਾਵਾਂ ਨੇ ਉਹਦੇ ਲਈ ਦੀਪ ਸਿੱਧੂ ਜਾਂ ਲੱਖੇ ਸਿਧਾਣੇ ਜਾਂ ਨੌਜਵਾਨਾਂ ਨੂੰ ਟਾਰਗੇਟ ਕਰਕੇ ਜਿਹੜੇ ਕਿਸਾਨ ਆਗੂ ਆ ਆਪਣਾ ਬਚਾਅ ਕਰ ਗਿਆ। ਹੁਣ ਜਿਹੜਾ ਇਹ ਪੈਂਤਰਾ ਖੇਡ ਰਹੇ ਆ ਬੰਗਾਲ ਦੇ ਵਿੱਚ, ਜੇ ਬੰਗਾਲ ਦੇ ਵਿੱਚ ਖਜ਼ਾਨਾ ਖਾਲਸਾ ਬੀਜੇਪੀ ਜਿੱਤ ਜਾਂਦੀ ਹੈਗੀ, ਫਿਰ ਜਿਹੜਾ ਮਤਲਬ ਇੱਕ ਹੋਰ ਰੂਪਰੇਖਾ ਤਿਆਰ ਹੋਊ, ਫਿਰ ਕਿਹਦੇ ਸਿਰ ਠੀਕਰਾ ਬੰਨਿਆ ਦੇਊ? ਵੇਖੋ, ਪਹਿਲੀ ਗੱਲ ਤਾਂ ਇਹ ਸਵਾਲ ਤੁਸੀਂ ਕੱਲ੍ਹ ਮੀਡੀਆ 'ਚ ਵੀ ਕੀਤਾ ਸੀ ਤੇ ਮੈਂ ਇਹਦਾ ਜਵਾਬ ਦਿੰਦਾ ਹੈ। ਜਿਹੜਾ ਦੀਪ ਸਿੱਧੂ ਹੈ, ਜਦੋਂ ਉਹ ਇੱਕ ਸੈਲੀਬ੍ਰਿਟੀ ਇੱਕ ਭੀੜ ਨੂੰ ਫੇਸ ਦਿੰਦਾ ਹੈ, ਜਿਹੜੀ ਭੀੜ ਨੂੰ ਪੁਲਿਸ ਨੇ ਕੇਸ ਦੇ ਵਿੱਚ ਦਰਜ ਕਰਨਾ ਹੁੰਦਾ ਕਿ ਅਣਪਛਾਤੇ ਲੋਕ ਜਿਹੜੇ ਸੀ ਆਏ, ਬਾਅਦ ਵਿੱਚ CCTV ਫੁਟੇਜ ਤੋਂ ਬਾਅਦ ਜਿਹੜੀ ਸੀਗੀ ਉਹਨਾਂ ਨੌਜਵਾਨਾਂ ਦੇ ਉੱਪਰ ਕੇਸ ਪੈਣ ਦੀ ਜਿਹੜੀ ਸ਼ੁਰੂਆਤ ਹੋਈ। ਪਰ ਇੱਕ ਬਹੁਤ ਵੱਡੀ ਗੱਲ ਸੀ ਇੱਕ ਭੀੜ ਨੂੰ ਇੱਕ ਸੈਲੀਬ੍ਰਿਟੀ ਆਪਣਾ ਚਿਹਰਾ ਦੇ ਦੇਵੇ ਕਿ ਮੀਡੀਆ ਤੋਂ ਲੈ ਕੇ ਸਰਕਾਰ ਤੱਕ ਦਾ ਸਾਰਾ ਦਬਾਅ ਦੀਪ ਸਿੱਧੂ ਵੱਲ ਚਲਾ ਗਿਆ। ਉਸ ਗੱਲ ਨੂੰ ਕਿਸਾਨ ਜਥੇਬੰਦੀਆਂ ਨੂੰ ਬੜੇ ਸਾਰਥਕ ਰੂਪ 'ਚ ਲੈਣਾ ਚਾਹੀਦਾ ਸੀ। ਦੂਸਰੀ ਗੱਲ ਕਿ ਜਦੋਂ ਇਹ ਉਸ ਚੀਜ਼ ਨੂੰ ਸਾਰਥਕ ਰੂਪ 'ਚ ਨਹੀਂ ਲੈ ਸਕੇ ਤੇ ਹੁਣ ਜਿਹੜੀਆਂ ਇਹ ਰਾਜਨੀਤਿਕ ਚਾਲਬਾਜ਼ੀਆਂ ਖੇਡ ਰਹੇ ਨੇ, ਹੁਣ ਵਾਕਿਆ ਇਹ ਸਵਾਲ ਹੋਵੇਗਾ ਕਿ ਉਹਦੀ ਜ਼ਿੰਮੇਵਾਰੀ ਕਿਹਦੇ ਸਿਰ ਹੋਵੇਗੀ। ਔਰ ਉਹ ਸਵਾਲ ਇਸ ਕਰਕੇ ਪੈਦਾ ਹੁੰਦਾ ਹੈ ਕਿ ਜਿਸ ਦਿਨ ਹਰਿਆਣਾ ਕਿਸਾਨ ਯੂਨੀਅਨ ਦੇ ਸਰਦਾਰ ਗੁਰਨਾਮ ਸਿੰਘ ਹੁਣਾਂ ਨੇ ਕੁਝ ਰਾਜਨੀਤਿਕ ਲੀਡਰਾਂ ਨਾਲ ਮੀਟਿੰਗ ਕੀਤੀ ਤੇ ਉਹਨਾਂ ਨੂੰ ਸੰਯੁਕਤ ਮੋਰਚੇ ਦੇ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ, ਭਾਵੇਂ ਕਿ ਲੋਕਾਂ ਦੇ ਦਬਾਅ ਕਰਕੇ ਫਿਰ ਵਾਪਸ ਲੈਣਾ ਪਿਆ। ਪਰ ਉਦੋਂ ਤੇ ਇਹ ਕਿਹਾ ਜਾ ਰਿਹਾ ਸੀ ਕਿ ਰਾਜਨੀਤਿਕ ਧਿਰ ਸਾਡੇ ਵਾਸਤੇ ਬਿਲਕੁਲ ਅਨਟੱਚੇਬਲ ਆ, ਬਿਲਕੁਲ ਅਛੂਤ ਆ, ਅਸੀਂ ਕਿਸੇ ਵੀ ਤਰ੍ਹਾਂ ਦੇ ਨਾਲ ਨਾ ਰਾਜਨੀਤਿਕ ਮਦਦ ਲੈਣੀ, ਨਾ ਰਾਜਨੀਤਿਕ ਬੰਦੇ ਨੂੰ ਸ਼ਮੂਲੀਅਤ ਕਰਨ ਦੇਣੀ। ਪਰ ਹੁਣ ਉਸੇ ਰਾਜਨੀਤੀ ਦੇ ਰਾਹ ਤੁਰ ਪਏ ਨੇ। ਫਿਰ ਇਹਦਾ ਮਤਲਬ ਕਿ ਉਹਦੇ ਤੋਂ ਪਹਿਲਾਂ ਰਾਜਨੀਤਿਕ ਦਬਾਅ ਤਾਂ ਉਦੋਂ ਪੈਦਾ ਕੀਤਾ ਜਾ ਸਕਦਾ ਸੀ ਜਿਸ ਦੀ ਸ਼ੁਰੂਆਤ ਗੁਰਨਾਮ ਸਿੰਘ ਚੜੂਣੀ ਨੇ ਕਰ ਦਿੱਤੀ ਸੀ। ਸੋ ਇਹ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਭਵਿੱਖ ਦੇ ਵਿੱਚ ਦੇਣੇ ਪੈਣਗੇ। ਇੱਕ ਭਾਜੀ ਗੱਲ ਆ, ਤੁਸੀਂ ਇਤਿਹਾਸਕਾਰ ਹੋ, ਪੁਰਾਣੇ ਇਤਿਹਾਸ ਦੀ ਬਹੁਤ ਵਧੀਆ ਜਾਣਕਾਰੀ ਰੱਖਦੇ ਹੋ। ਬਹੁਤਾ ਲੰਬਾ ਨਾ ਜਾਈਏ ਤਾਂ 1985 ਦੇ ਵਿੱਚ ਸੇਮ ਸਥਿਤੀ ਸੀਗੀ, ਸੰਘਰਸ਼ ਚੱਲ ਰਿਹਾ ਸੀ। ਇੱਕ ਪਾਸਿਓਂ ਰਾਜੀਵ ਲੌਂਗੋਵਾਲ ਸਮਝੌਤਾ ਹੁੰਦਾ, ਉਸ ਤੋਂ ਬਾਅਦ ਜਿਹੜੀ ਸਰਕਾਰ ਬਣਦੀ ਆ ਬਰਨਾਲੇ ਵਾਲੀ, ਉਹਦੇ ਵਿੱਚ ਮਤਲਬ ਟਿਕਟਾਂ ਜਿਸ ਤਰ੍ਹਾਂ ਦੀ ਹਾਲਾਤ ਹੁਣ ਬੀਜੇਪੀ ਦੇ ਇਦੋਂ ਵੀ ਮਾੜੇ ਹਾਲਾਤ ਕਾਂਗਰਸ ਦੀ, ਪਰ ਟਿਕਟਾਂ ਦੀ ਵੰਡ ਰਾਜੀਵ ਗਾਂਧੀ ਨੇ ਕਰੀ ਸੀ, ਸਰਕਾਰ ਉਹਨੇ ਬਣਾਈ ਸੀ। ਸੇਮ ਸਥਿਤੀ ਮਤਲਬ ਉਸੇ ਜਗ੍ਹਾ ਤੇ ਖੜੀ ਆ। ਇਹਨੂੰ ਕਿਵੇਂ ਦੇਖਦੇ ਹੋ? ਅਜੇ ਤੱਕ ਇਹਦੇ ਬਾਰੇ ਬਿਲਕੁਲ 2022 ਸਾਹਮਣੇ ਆ, ਅਜੇ ਇਹਦੇ ਬਾਰੇ ਸਪਸ਼ਟਤਾ ਨਹੀਂ ਵੇਖਿਆ ਜਾ ਸਕਦਾ। ਪਰ ਜਦੋਂ ਮੈਂ ਪਹਿਲਾਂ ਇਸ ਦੇ ਬਾਰੇ ਸੋਚਦਾ ਸੀ ਨਾ ਕਿ ਜੇ ਇੰਨੇ ਵੱਡੇ ਸਟਰਗਲ ਦੇ ਵਿੱਚੋਂ ਕੋਈ ਚੰਗੀ ਰਾਜਨੀਤਿਕ ਤੇ ਮੇਰੀ ਮੁਰਾਦ ਜਿਹੜੀ ਇਹਨਾਂ ਨੌਜਵਾਨਾਂ ਤੋਂ ਸੀ, ਲੱਖਾ ਸਿਧਾਣਾ ਸੀ, ਦੀਪ ਸਿੱਧੂ ਸੀ, ਔਰ ਬਹੁਤ ਸਾਰੇ ਨੌਜਵਾਨ ਸੀ, ਮੈਨੂੰ ਲੱਗਦਾ ਸੀ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਚੰਗੇ ਚਿਹਰੇ ਕਿਸੇ ਨਾ ਕਿਸੇ ਰੂਪ 'ਚ ਇੱਕ ਰਾਜਨੀਤਿਕ ਪਿੜ ਦੇ ਵਿੱਚ ਵੀ ਉਤਾਰੇ ਜਾ ਸਕਦੇ ਨੇ, ਸੰਘਰਸ਼ ਦੇ ਵਿੱਚੋਂ ਹੀ ਇਹਨਾਂ ਨੂੰ ਕੱਢ ਕੇ। ਪਰ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਪਹਿਲਾਂ ਰਾਜਨੀਤਿਕ ਧਿਰ ਦੇ ਪ੍ਰਤੀ ਇੱਕ ਅਛੂਤਪਨ ਦਾ ਵਿਖਾਵਾ ਕੀਤਾ ਤੇ ਅੱਜ ਉਸੇ ਰਾਜਨੀਤੀ 'ਚ ਵੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮੈਨੂੰ ਇੰਝ ਵੀ ਨਹੀਂ ਲੱਗਦਾ ਕਿ ਹੁਣ ਇਹ ਰਾਜਨੀਤੀ ਦੇ ਉੱਪਰ ਕੋਈ ਬਹੁਤਾ ਵੱਡਾ ਪ੍ਰਭਾਵ ਪਾ ਸਕਣਗੇ। ਕਿਉਂਕਿ ਰਾਜਨੀਤਿਕ ਧਿਰਾਂ ਤਾਂ ਪਹਿਲਾਂ ਹੀ ਆਪਣੀ ਵਿੱਤ ਦੇ ਅਨੁਸਾਰ ਲੜ ਰਹੀਆਂ ਨੇ ਤੇ ਪੰਜਾਬ ਦੀ ਜਿੰਨੀ ਵੀ ਤੁਸੀਂ ਇੱਕ ਗੱਲ ਮੰਨ ਕੇ ਚੱਲੋ, ਜਿੰਨੀ ਵੀ ਪੰਜਾਬ ਦੇ ਕਿਸਾਨਾਂ ਦੀ ਸ਼ਮੂਲੀਅਤ ਹੈ
ਉਹ ਕਿਤੇ ਨਾ ਕਿਤੇ ਆਪਣੀ ਇੱਕ ਰਾਜਸੀ ਧਿਰ ਦੇ ਨਾਲ ਵੀ ਵੱਜੀ ਹੈ। ਜੇ ਮੇਰੇ ਪਿੰਡ ਦੇ ਵਿੱਚੋਂ 4 ਟਰਾਲੀਆਂ ਜਾਂਦੀਆਂ ਨੇ ਨਾ, ਤੇ 2 ਟਰਾਲੀਆਂ ਅਕਾਲੀਆਂ ਦੀਆਂ ਨੇ, 2 ਟਰਾਲੀਆਂ ਕਾਂਗਰਸ ਦੀਆਂ ਨੇ। ਰਾਜਨੀਤਿਕ ਤੌਰ ਤੇ ਉਹ ਆਪਣੀ ਧੜੇਬੰਦੀ ਨਾਲ ਜੁੜੇ ਹੋਏ ਨੇ। ਸੋ ਜੇ ਅਸੀਂ ਕਹੀਏ ਕਿ ਜੀ ਇਸ ਸੰਘਰਸ਼ ਦੇ ਵਿੱਚ ਬਹੁਤ ਵੱਡਾ ਵੋਟ ਬੈਂਕ ਕੱਢ ਸਕਦੇ ਹਾਂ, ਅਜੇ ਅਸੰਭਵ ਹੈ। ਜੀ ਇਹਦੇ ਵਿੱਚ ਜਿਹੜੀ ਹੋਰ ਗੱਲ ਹੁਣ ਇਸ ਵੇਲੇ ਖੜੀ ਆ, ਜਿਸ ਤਰ੍ਹਾਂ ਇੱਕ ਨੌਜਵਾਨੀ ਹੈਗੀ, ਇੱਕ ਵਿਚਾਰਧਾਰਾ ਦੀ ਨੌਜਵਾਨੀ ਇੱਕ ਪਾਸੇ ਇਕੱਠੀ ਹੋ ਰਹੀ ਹੈ, ਇੱਕ ਵਿਚਾਰਧਾਰਾ ਇੱਕ ਪਾਸੇ ਇਕੱਠੀ ਹੋ ਰਹੀ ਹੈ। ਇਹਨੂੰ ਕਿਵੇਂ ਦੇਖਦੇ ਹੋ? ਬਖਰੇਵਾਂ ਜਿਹੜਾ ਚਾਹੇ ਸੰਘਰਸ਼ ਲੜਿਆ ਜਾ ਰਿਹਾ, ਇਕੱਠੇ ਰੂਪ ਦੇ ਵਿੱਚ ਲੜਿਆ ਜਾ ਰਿਹਾ, ਪਰ ਵਿਚਾਰਧਾਰਕ ਬਖਰੇਵਾਂ ਦਾ ਕਾਇਮ ਹੈ ਨਾ। ਅੱਜ ਆ ਜਿਹੜਾ ਇਕੱਠ ਹੋ ਰਿਹਾ ਮਸਤੂਆਣਾ ਸਾਹਿਬ ਦੀ ਧਰਤੀ ਤੇ, ਇਹ ਉਸੇ ਵਿਚਾਰਧਾਰਕ ਬਖਰੇਵੇਂ ਦੀ ਇੱਕ ਨਮੂਨਾ ਗਾ, ਉਹਦੀ ਇੱਕ ਚਿਣਕ ਹੈਗੀ। ਇਹਨੂੰ ਕਿਵੇਂ ਦੇਖਦੇ ਹੋ? ਜਿਹੜੀ ਵਿਚਾਰਧਾਰਕ ਮੇਲ ਆ ਇਹ, ਜਾਂ ਆਪਸ ਵਿੱਚ ਫੱਟ ਪੈ ਰਹੀ, ਆਪਸੀ ਦੂਰੀਆਂ ਬਣ ਰਹੀਆਂ ਵਿਚਾਰਧਾਰਕ ਤੌਰ ਤੇ। ਹੁਣ ਮਸਲਨ ਪਿਛਲੇ ਦਿਨਾਂ ਦੇ ਵਿੱਚ ਸਾਡੇ ਕਿਸਾਨ ਆਗੂ ਆ ਜਿਹੜੇ, ਉਹਨਾਂ ਵੱਲੋਂ ਜਿਹੜਾ ਖਾੜਕੂਬਾਦ ਦੇ ਜ਼ਖਮ ਉਹ ਵੀ ਖਰੀਦੇ ਜਾ ਰਹੇ ਆ। ਬਹੁਤ ਸਾਰੇ ਲੋਕ ਉਹ ਲਿਆ ਕੇ ਪੇਸ਼ ਕੀਤੇ ਜਾ ਰਹੇ ਵੀ ਇਹਨਾਂ ਦੇ ਮਾਂ-ਬਾਪ ਖਾੜਕੂਆਂ ਨੇ ਮਾਰ ਦਿੱਤੇ ਸੀਗੇ। ਸੋ ਇਹ ਵਿਚਾਰਧਾਰਕ ਬਖਰੇਵੇਂ ਨੂੰ ਕਿਵੇਂ ਦੇਖਦੇ ਹੋ, ਜਿਹੜਾ ਪਾੜਾ ਪਾਇਆ ਜਾ ਰਿਹਾ? ਵੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਨਿਸ਼ਾਨਾ ਕੇਵਲ ਤੇ ਕੇਵਲ ਕਾਨੂੰਨਾਂ ਨੂੰ ਰੱਦ ਕਰਾਉਣ ਤੱਕ ਸੀਮਤ ਸੀ, ਤਾਂ ਕਿਸੇ ਧਿਰ ਦੇ ਵੱਲੋਂ ਵਿਚਾਰਧਾਰਕ ਵਖਰੇਵੇਂ ਦੀ ਗੱਲ ਨਹੀਂ ਸੀ ਹੋਣੀ ਚਾਹੀਦੀ। ਪਰ ਜਦੋਂ ਅਸੀਂ ਇਹਦੇ ਮੂਲ 'ਚ ਜਾਵਾਂਗੇ ਕਿ ਬਿਹਾਈਂਡ ਦਾ ਸੀਨ ਕੀ ਹੈ, ਤੇ ਤੁਸੀਂ ਇਹ ਵੀ ਵੇਖਿਆ ਕਿ ਇਹ ਜਿਹੜੀ ਸ਼ੁਰੂਆਤ ਸੀ ਇਹ ਵੀ ਕਿਸਾਨ ਆਗੂਆਂ ਦੀ ਧਿਰ ਵੱਲੋਂ ਕੀਤੀ ਗਈ। ਕਿਸੇ ਨੇ ਵੀ ਧਰਮ ਦੇ ਉੱਪਰ ਜਾਂ ਪੰਥਕ ਜਥੇਬੰਦੀ ਨੇ ਜਾਂ ਕਿਸੇ ਸਾਡੀ ਰੈਡੀਕਲ ਜਥੇਬੰਦੀ ਨੇ ਕਿਸੇ ਵੀ ਤਰ੍ਹਾਂ ਦਾ ਐਵੇਂ ਦਾ ਕੋਈ ਮੁੱਦਾ ਨਹੀਂ ਸੀ ਉਠਾਇਆ ਕਿ ਪੰਥਕ ਜਥੇਬੰਦੀਆਂ ਨੂੰ ਲਾਂਭੇ ਕਰਕੇ ਕੋਈ ਪੰਥਕ ਧਿਰ ਜਿਹੜੀ ਹੈ, ਉਹ ਰਾਜਨੀਤਿਕ ਧਿਰ ਜਿਹੜੀ ਹੈ, ਉਹ ਕਿਸਾਨੂੰ ਆਗੂਆਂ ਨੂੰ ਐਲੀਮੀਨੇਟ ਕਰਕੇ ਉੱਥੇ ਸਟੈਬਲਿਸ਼ ਹੋਣਾ ਚਾਹੀਦੀ ਹੈ। ਸੋ ਜਿਹੜਾ ਧਰਮ ਵਾਲਾ ਮੁੱਦਾ ਸੀ ਉਹ ਵੀ ਇਹਨਾਂ ਵੱਲੋਂ ਉਠਾਇਆ ਗਿਆ। ਦੂਜੀ ਗੱਲ, ਵਿਚਾਰਧਾਰਕ ਵਿਰੋਧਤਾ ਮੈਂ ਇਸ ਕਰਕੇ ਨਹੀਂ ਗਿਣਦਾ ਕਿ ਇਹ ਵੀ ਜਿਹੜਾ ਨੌਜਵਾਨ ਆ, ਇਹ ਮੈਨੂੰ ਲੱਗਦਾ ਕਿ ਉਹਨਾਂ ਤੋਂ ਵੀ ਵੱਡਾ ਜਜ਼ਬਾ ਲੈ ਕੇ ਬੈਠਾ ਹੈ। ਉਹ ਤੇ ਸੋਚਦੇ ਨੇ ਸਿਰਫ ਕਾਨੂੰਨ ਰੱਦ ਹੋਣ ਤੱਕ। ਇਹ ਨੌਜਵਾਨ ਤਾਂ ਹੋਣ ਦੀ ਜੰਗ ਲੜਨ ਦੇ ਵਾਸਤੇ ਤਿਆਰ ਬੈਠਾ ਹੈ। ਸੋ ਇਹ ਤਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਚਾਹੀਦਾ ਕਿ ਇੰਨਾ ਵੱਡਾ ਜਿਹੜਾ ਊਰਜਾ ਦਾ ਸੋਮਾ ਉਹਨੂੰ ਆਪਣੇ ਕਲਾਵੇ 'ਚ ਲੈਣਾ ਚਾਹੀਦਾ। ਤੇ ਜੇ ਤੁਹਾਡੇ ਕੋਲੇ ਨੌਜਵਾਨੀ ਦੀ ਇੰਨੀ ਵੱਡੀ એનર્ਜੀ ਨਾਲ ਹੈ, ਤੇ ਮੇਰੇ ਖਿਆਲ ਦੇ ਨਾਲ ਸੰਘਰਸ਼ ਲੜਨਾ ਤੁਹਾਡੇ ਵਾਸਤੇ ਬਹੁਤ ਸੌਖਾ ਹੋ ਜਾਵੇਗਾ। ਪਰ ਜਦੋਂ ਤੁਸੀਂ ਇਹਨਾਂ ਨੂੰ ਦਰਕਿਨਾਰ ਕਰੋਗੇ, ਇਹ ਕਿਤੇ ਨਾ ਕਿਤੇ ਡੈਸਪਰੇਟ ਹੋਣਗੇ। ਇਹ ਜਿੰਨੀ ਵੀ ਉਦਾਸੀਨਤਾ 'ਚ ਜਾਵੇਗੀ ਨੌਜਵਾਨੀ, ਇਹਦੇ ਨਾਲ ਅਸਰ ਸੰਘਰਸ਼ 'ਤੇ ਜ਼ਰੂਰ ਪਵੇਗਾ। ਔਰ ਇਹ ਤੁਸੀਂ ਵੀ ਮਹਿਸੂਸ ਕਰ ਰਹੇ ਵੇਖੋ ਕਿ ਕਵੇ ਜਾਂ ਨਾ ਕਵੇ, ਮੈਂ ਰਾਤੀ ਵੀ ਦਿੱਲੀ ਤੋਂ ਆਇਆ, ਮੈਂ ਹੁਣ ਵੀ ਦਿੱਲੀ ਜਾ ਰਿਹਾ। ਸੰਘਰਸ਼ ਦੇ ਵਿੱਚ ਉਹ ਸਰਗਰਮੀ, ਉਹ ਸੰਘਰਸ਼ ਦੀ ਰੂਹ, ਉਹ ਸਟਰਗਲ ਜ਼ੋਨ ਨਹੀਂ ਰਹਿ ਗਿਆ। ਉਹਨੂੰ ਦੁਬਾਰਾ ਪੈਦਾ ਕਰਨਾ ਪਵੇਗਾ, ਕਿਉਂਕਿ ਮੈਂ ਕਹਿੰਦਾ ਕਿ ਕਿਸਾਨ ਆਗੂ ਜਿਹੜੇ ਨੇ ਉਹਨਾਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਜੰਗ ਕੇਵਲ ਕਾਨੂੰਨਾਂ ਤੱਕ ਨਹੀਂ ਹੈ, ਇਹ ਸਾਡੀ ਹੋਂਦ ਤੱਕ, ਸਾਡੀਆਂ ਜ਼ਮੀਨਾਂ ਤੱਕ, ਸਾਡੀਆਂ ਜ਼ਮੀਰਾਂ ਤੱਕ ਇੱਕ ਬਹੁਤ ਵੱਡੇ ਖਾਕੇ ਨੂੰ ਜਿਹੜੀ ਪ੍ਰਭਾਵਿਤ ਕਰਦੀ ਹੈ। ਇਹਨੂੰ ਜਿਸ ਤਰ੍ਹਾਂ ਤੁਸੀਂ ਅੱਜ ਸਟੇਜ ਤੋਂ ਵੀ ਇਹ ਗੱਲ ਕਹੀ ਹੈ ਵੀ ਇਹਨਾਂ ਨੂੰ ਇਕੱਠ ਕਿੰਨਾ ਚਿਰ ਕਰਦੇ ਰਹਾਂਗੇ, ਇਕੱਠ 2 ਵਾਰ 4 ਵਾਰ 10 ਵਾਰ ਕਰ ਲਾਂਗੇ, ਪਰ ਇਹਨੂੰ ਜਥੇਬੰਦਕ ਰੂਪ ਕਿਵੇਂ ਦਿੱਤਾ ਜਾਵੇ, ਇਹਦੇ ਲਈ ਕੋਈ ਐਫਰਟ ਕਰਨੇ ਚਾਹੀਦੇ ਆ। ਜਿਹੜਾ ਇਹ ਇਸ ਵੇਲੇ ਯੂਥ ਇਕੱਠਾ ਹੋਇਆ, ਇੱਕ ਦੂਸਰੇ ਪਾਸੇ ਪੰਥਕ ਰਾਜਨੀਤੀ ਦੇ ਵਿੱਚ ਇੱਕ ਖਲਾਅ ਪੈਦਾ ਹੋਇਆ ਵਾ, ਉਹ ਖਲਾਅ ਨੂੰ ਭਰਨ ਦੇ ਲਈ ਇੱਕ ਨਵੀਂ ਜਥੇਬੰਦੀ ਹੈ ਜਿਹੜੀ ਇਹਨੂੰ ਜਥੇਬੰਦਕ ਰੂਪ ਕਿਵੇਂ ਦਿੱਤਾ ਜਾ ਸਕਦਾ? ਵੇਖੋ, ਅਜੇ ਤਾਂ ਹੀ ਸੋਚ ਹੈ ਕਿ ਇਸੇ ਤਰ੍ਹਾਂ ਅਮੋਰਫਸ ਜਿਹੜੇ ਆ ਨੌਜਵਾਨ ਉਹ ਵਿਚਰਦੇ ਰਹਿਣਗੇ, ਪਰ ਇਹਨੂੰ ਸਟਰਕਚਰ, ਇੱਕ ਢਾਂਚਾ ਇਸ ਕਰਕੇ ਦੇਣਾ ਬਹੁਤ ਜ਼ਰੂਰੀ ਹੈ ਕਿ ਹੋ ਸਕਦਾ ਹੈ ਕਿ ਸਰਕਾਰ 3 4 5 ਸਾਲ ਦੇ ਵਾਸਤੇ ਕਾਨੂੰਨ ਸਸਪੈਂਡ ਕਰ ਵੀ ਦਿੰਦੀ ਹੈ, ਪਰ ਗੈਟ ਖਤਮ ਹੋਣ ਤੋਂ ਬਾਅਦ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਪਰ WTO ਦੇ ਸਮਝੌਤੇ ਹੋਏ ਨੇ, ਇਹ ਕਾਨੂੰਨਾਂ ਦਾ ਜਿਹੜਾ ਕਹਿ ਸਕਦੇ ਹੋ ਕਿ ਦਬਾਅ ਫਿਰ ਸਾਡੇ ਤੇ ਆਉਣਾ ਹੈ। ਤੇ ਅਸੀਂ ਆਪਣੇ ਪੰਜਾਬ ਨੂੰ ਕਿਵੇਂ ਬਚਾਉਣਾ ਹੈ, ਉਹਦੇ ਵਾਸਤੇ ਲੰਬੀ ਲੜਾਈ ਕਿਵੇਂ ਲੜਨੀ ਹੈ, ਉਹਦੇ ਵਾਸਤੇ ਸਾਨੂੰ ਹਰ ਜ਼ਿਲ੍ਹੇ ਦੇ ਵਿੱਚ ਨੌਜਵਾਨਾਂ ਦੀਆਂ ਕਮੇਟੀਆਂ ਬਣਾਉਣੀਆਂ ਪੈਣਗੀਆਂ। ਉਹਨਾਂ ਨੂੰ ਸਿਰਫ ਇਹਨਾਂ ਕਾਨੂੰਨਾਂ ਬਾਰੇ ਨਹੀਂ, ਇਹਦੇ ਤੋਂ ਅੱਗੇ ਵੀ ਜਿਹੜਾ ਹੋਰ ਕੁਝ ਹੋਣਾ ਹੈ ਉਹਦੇ ਬਾਰੇ ਵੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਇਹ ਨੌਜਵਾਨ ਜਿਹੜੇ ਨੇ, ਇਹਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਕਾਰਪੋਰੇਟ ਘਰਾਣੇ ਨੇ, ਉਹਨਾਂ ਦੇ ਚਾਹੇ ਰੌਕਫੈਲਰ ਆ ਜਾਂਦੇ ਨੇ, ਚਾਹੇ ਰੌਥਚਾਈਲਡ ਆ ਜਾਂਦੇ ਨੇ, ਚਾਹੇ ਬਾਇਰ ਆ ਜਾਂਦੇ ਨੇ, ਜਿੰਨੇ ਵੀ ਅੰਤਰਰਾਸ਼ਟਰੀ ਪੱਧਰ ਦੇ ਵੱਡੇ ਘਰਾਣੇ ਨੇ, ਉਹ ਹਥਿਆਰਾਂ ਤੋਂ ਤੇ ਦਵਾਈ ਤੋਂ ਬਾਅਦ ਅਨਾਜ ਦੀ ਮੰਡੀ ਦੇ ਉੱਪਰ ਕਿਵੇਂ ਕਾਬਜ਼ ਹੋ ਰਹੇ ਨੇ। ਸੋ ਇਹ ਇਹਨਾਂ ਨੂੰ ਥਾਂ ਥਾਂ ਤੇ ਜਾ ਕੇ ਜਾਗਰੂਕ ਕਰਨਾ। ਮੈਂ ਤਾਂ ਕਹਿ ਕੇ ਠੀਕ ਹੈ, ਇਕੱਠ ਬਹੁਤ ਸੋਹਣਾ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਮੈਂ ਕਹਿੰਦਾ ਕਿ ਬਹੁਤ ਵੱਡੇ ਇਕੱਠਾਂ ਦੇ ਨਾਲੋਂ ਵੀ ਸਾਨੂੰ ਛੋਟੇ ਸੈਮੀਨਾਰ, ਛੋਟੀਆਂ ਮੀਟਿੰਗਾਂ ਕਰਕੇ ਕਿਤੇ ਨਾ ਕਿਤੇ ਨੌਜਵਾਨਾਂ ਦੇ ਵਿੱਚ ਇਸ ਚੇਤਨਤਾ ਨੂੰ ਲੈ ਕੇ ਆਉਣਾ ਪਵੇਗਾ ਕਿ ਯੂਰਪ ਦੇ ਵਿੱਚ ਕੀ ਬਣਿਆ, ਕੈਨੇਡਾ ਦੇ ਵਿੱਚ ਕੀ ਬਣਿਆ, ਇਹਨਾਂ ਕਾਨੂੰਨਾਂ ਅਮਰੀਕਾ ਦੇ ਵਿੱਚ ਕੀ ਹੋਇਆ, MSP ਕਿਵੇਂ ਅਸੀਂ ਲੈਣੀ ਹੈ, ਜਾਂ ਉਹਦੇ ਤੋਂ ਬਾਅਦ ਸਾਡਾ ਫਸਲ ਚੱਕਰ ਕਿਵੇਂ ਦਾ ਹੋਵੇ, ਸਾਡਾ ਕ੍ਰੌਪ ਸਾਈਕਲ ਕਿਵੇਂ ਦਾ ਹੋਵੇ, ਜਾਂ ਫਿਰ ਅੰਤਰਰਾਸ਼ਟਰੀ ਮੰਡੀ ਦੇ ਵਿੱਚ ਅਸੀਂ ਕਿਵੇਂ ਤੁਰਨਾ ਹੈ, ਤੇ ਜਾਂ ਫਿਰ ਸਟੇਟ ਦੇ ਨਾਲ, ਜਿਸ ਤਰ੍ਹਾਂ ਤੁਸੀਂ ਵੇਖਿਆ ਹੋਵੇਗਾ ਕਿ ਤੁਰਕੀ ਤੋਂ ਪਾਕਿਸਤਾਨ ਤੱਕ ਜਿਹੜੀ ਰੇਲ ਗੱਡੀ ਸ਼ੁਰੂ ਹੋਣ ਲੱਗੀ ਹੈ, ਤੇ ਅਸੀਂ ਸਬਜ਼ੀਆਂ ਦੇ ਨਾਲ ਜੇਕਰ ਸਾਨੂੰ ਇੰਟਰਨੈਸ਼ਨਲ ਬਾਰਡਰ ਖੋਲ੍ਹ ਦਿੱਤਾ ਜਾਵੇ ਤੇ ਤਾਂ ਵੀ ਅਸੀਂ ਵਧੀਆ ਤਰੀਕੇ ਨਾਲ ਸਰਵਾਈਵ ਕਰ ਸਕਦੇ ਹਾਂ। ਸੋ ਇਹ ਨਹੀਂ ਹੈ ਕਿ ਜੇ ਸਾਡੇ ਤੇ ਮੁਸ਼ਕਿਲ ਆ ਪਈ ਹੈ ਤੇ ਰਾਹ ਨਹੀਂ ਹੈਗੇ, ਪਰ ਉਹਨਾਂ ਰਾਹਾਂ ਦੇ ਵਾਸਤੇ ਨੌਜਵਾਨਾਂ ਨੂੰ ਜਥੇਬੰਦ ਤੇ ਚੇਤਨ ਕਰਨਾ ਪਵੇਗਾ। ਬਹੁਤ ਧੰਨਵਾਦ ਜੀ। ਸੋ ਦਰਸ਼ਕੋ, ਉਦੋਕੇ ਸਾਹਿਬ ਨੇ ਬੜੇ ਬਾਖੂਬੀ ਇਸ ਇਤਿਹਾਸ ਨੂੰ ਨਾਲ ਲੈ ਕੇ ਚੱਲਦੇ ਹੋਏ ਜਿਹੜੇ ਤੁਹਾਨੂੰ ਦੱਸਿਆ ਵੀ ਇਹ ਜਿਹੜਾ ਚੱਲ ਰਿਹਾ ਸੰਘਰਸ਼ ਹੈ, ਇਹਨੂੰ ਕਿਸ ਤਰ੍ਹਾਂ ਜਥੇਬੰਦਕ ਰੂਪ ਦਿੱਤਾ ਜਾ ਸਕਦਾ, ਔਰ ਅਜਿਹੇ ਹਾਲਾਤ ਹੈ ਜਿਹੜੇ ਇਹਨਾਂ ਦਾ ਟਾਕਰਾ ਕਿਸ ਤਰ੍ਹਾਂ ਕੀਤਾ ਜਾ ਸਕਦਾ ਗਾ। ਕੈਮਰਾਮੈਨ ਹਰਵਿੰਦਰ ਕਲਾ ਦੇ ਨਾਲ ਮੈਂ ਜਗਸੀਰ ਸਿੰਘ ਸੰਧੂ, ਮਸਤੂਆਣਾ ਸਾਹਿਬ।